प्यारे दर्शकों सत श्री अकाल, नमस्कार, आदाब। ਅੱਜ ਸਾਡੇ ਨਾਲ ਦਿੱਲੀ ਪੰਜਾਬੀ ਅਕੈਡਮੀ ਦੇ ਸਕੱਤਰ ਗੁਰਭੇਜ ਸਿੰਘ ਹਨ। ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦਿੱਲੀ ਜਿਹੜੀ ਪੰਜਾਬੀ ਅਕੈਡਮੀ ਬਣਾਈ ਗਈ ਹੈ, ਇਹ ਪੰਜਾਬੀ ਦੀ ਤਰੱਕੀ ਵਾਸਤੇ, ਪ੍ਰਮੋਸ਼ਨ ਵਾਸਤੇ ਬਣਾਈ ਗਈ ਸੀ। ਇਸ ਅਕੈਡਮੀ ਦਾ ਪੰਜਾਬੀ ਦੀ ਤਰੱਕੀ ਦੇ ਵਿੱਚ ਕੀ ਯੋਗਦਾਨ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਜੰਮੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗਰਵ ਪੰਜਾਬ ਟੀਵੀ ਵਾਲਿਆਂ ਦਾ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ। ਸਭ ਨੂੰ ਬਹੁਤ ਪਿਆਰ ਨਾਲ, ਅਦਬ ਨਾਲ ਸਤਿ ਸ੍ਰੀ ਅਕਾਲ। ਇਸ ਤਰ੍ਹਾਂ ਕਿ ਜਿਹੜੀ ਪੰਜਾਬੀ ਅਕਾਦਮੀ ਦਿੱਲੀ ਹੈ, ਇਹ 1981 'ਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਸੀ ਦਿੱਲੀ ਦੇ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ। ਔਰ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬੀ ਅਕਾਦਮੀ ਨੇ ਕਾਫੀ ਕੰਮ ਕੀਤੇ ਨੇ ਔਰ ਅਸੀਂ ਦਿੱਲੀ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਦੇ ਅਧਿਆਪਕ ਵੀ ਮੁਹੱਈਆ ਕਰਵਾਉਂਦੇ ਹਾਂ। ਲਾਇਬ੍ਰੇਰੀਜ਼ 'ਚ ਵੀ ਪੰਜਾਬੀ ਦੇ ਪਾਠਕ ਜਿੱਥੇ ਆਉਂਦੇ ਆ ਉੱਥੇ ਪੰਜਾਬੀ ਦੀਆਂ ਪੁਸਤਕਾਂ ਵੀ, ਸੈਮੀਨਾਰ ਵਗੈਰਾ ਵੀ। ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਮ ਲੋਕਾਂ ਨੂੰ, ਖਾਸ ਕਰਕੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਿਆ ਜਾ ਸਕੇ ਤਾਂ ਕਿ ਸਾਡੀ ਭਾਸ਼ਾ ਦਾ ਵਿਕਾਸ ਹੋਵੇ। ਗੁਰਭੇਜ ਸਾਹਿਬ, ਇਹ ਤੁਸੀਂ ਇਹ ਦੱਸੋ ਵੀ ਮਤਲਬ ਅਕੈਡਮੀ ਬਣ ਗਈ ਹੈ, ਬਣਨ ਤੋਂ ਬਾਅਦ ਵੀ ਦਿੱਲੀ ਦੇ ਵਿੱਚ ਪੰਜਾਬੀ ਬਹੁਤ ਅੱਗੇ ਵਿਕਸਿਤ ਨਹੀਂ ਹੋ ਸਕੀ, ਮਤਲਬ ਇਹ ਸੁੰਗੜਦੀ ਜਾ ਰਹੀ ਹੈ। ਕੀ ਕਾਰਨ ਕੀ ਹੈ? ਮਤਲਬ ਅਕੈਡਮੀ ਦਾ ਕੀ ਯੋਗਦਾਨ ਕੀ ਹੈ ਇਹਦੇ ਵਿੱਚ? ਕਿਉਂ ਪੰਜਾਬੀ ਜਿਹੜੀ ਉੱਥੇ ਸੁੰਗੜਦੀ ਜਾ ਰਹੀ ਹੈ? ਇਹਦੇ 'ਚ ਇਸ ਤਰ੍ਹਾਂ ਕਿ ਇਕੱਲੀ ਪੰਜਾਬੀ ਅਕੈਡਮੀ ਇਸ ਗੱਲ ਲਈ ਜਵਾਬਦੇਹ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਹੋਰ ਬਹੁਤ ਸਾਰੇ ਕਾਰਨ ਨੇ। ਕਿਉਂਕਿ ਜਿਹੜੀ ਅੱਜ ਨਵੀਂ ਪੀੜ੍ਹੀ ਹੈ ਉਹ ਆਪਣੇ ਆਪ ਨੂੰ ਇਹ ਵੇਖਦੀ ਹੈ ਵੀ ਅਸੀਂ ਜਿਹੜਾ ਵੀ ਗਿਆਨ ਪ੍ਰਾਪਤ ਕਰਨਾ, ਜਿਹੜੇ ਵਿਸ਼ੇ ਦੀ ਪੜ੍ਹਾਈ ਕਰਨੀ ਹੈ, ਉਹ ਪੜ੍ਹਾਈ ਕਰਕੇ ਸਾਡਾ ਅਗਾਂਹ ਕੈਰੀਅਰ ਕੀ ਬਣਦਾ, ਸਾਨੂੰ ਅਗਾਂਹ ਕਿਵੇਂ ਦੀਆਂ ਉਹਦੇ 'ਤੇ ਸਾਡੀ ਜ਼ਿੰਦਗੀ 'ਚ ਸਾਨੂੰ ਕਿਵੇਂ ਦੀਆਂ ਨੌਕਰੀਆਂ ਮਿਲਦੀਆਂ ਨੇ। ਅਤੇ ਉਹਦੇ 'ਚੋਂ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਅੱਜ ਕੱਲ੍ਹ ਪੰਜਾਬੀ ਬਾਰੇ ਸਾਰੀਆਂ ਹੀ ਸਰਕਾਰਾਂ ਵੱਲੋਂ ਵੀ ਅਤੇ ਆਮ ਲੋਕਾਂ ਦਾ ਵੀ ਜਿਹੜਾ ਉਹ ਰਵੱਈਆ, ਉਹ ਕਿਤੇ ਨਾ ਕਿਤੇ ਜਿਹੜਾ ਹੈ ਨਾ, ਉਹਦੇ 'ਚ ਤਾਲਮੇਲ ਦੀ ਕਮੀ ਹੈ, ਜਿਸ ਕਰਕੇ ਇਹ ਸਾਨੂੰ ਔਂਕੜਾਂ ਆ ਰਹੀਆਂ ਨੇ। ਇਹ ਪੰਜਾਬੀ ਅਕੈਡਮੀ ਤੋਂ ਇਲਾਵਾ ਹੋਰ ਉੱਥੇ ਕਿਹੜੇ ਕਿਹੜੇ ਅਦਾਰੇ ਜਿਹੜੇ ਪੰਜਾਬੀ ਦੀ ਪ੍ਰਮੋਸ਼ਨ ਲਈ ਕੰਮ ਕਰ ਰਿਹਾ ਹੈ? ਦਿੱਲੀ 'ਚ ਦੇਖੋ, ਜਿਵੇਂ ਜਿਹੜੀ ਪੰਜਾਬੀ ਸਾਹਿਤ ਸਭਾ ਉਹ ਬਹੁਤ ਪੁਰਾਣੀ ਹੈ, 1952 ਦੇ ਕਰੀਬ, 47 ਤੋਂ ਬਾਅਦ ਆ ਕੇ ਪਾਪਾ ਪ੍ਰੀਤਮ ਸਿੰਘ ਹੋਣੀ, ਗੁਰਬਖਸ਼ ਸਿੰਘ ਪ੍ਰੀਤਲੜੀ ਹੋਣੀ, ਕਰਤਾਰ ਸਿੰਘ ਦੁੱਗਲ ਸਾਹਿਬ, ਇਹਨਾਂ ਨੇ ਬਣਾਈ ਸੀ। ਉਹ ਬਹੁਤ ਕੰਮ ਕਰ ਰਹੇ ਨੇ। ਇੱਕ ਭਾਈ ਵੀਰ ਸਿੰਘ ਸਾਹਿਤ ਸਦਨ ਹੈ, ਉਹ ਵੀ ਬਹੁਤ ਕੰਮ ਕਰ ਰਿਹਾ। ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੰਜਾਬੀ ਵਾਸਤੇ ਕੰਮ ਕੀਤਾ ਜਾਂਦਾ ਹੈ। ਇਹ ਜਿਹੜੇ ਵੱਖ-ਵੱਖ ਅਦਾਰੇ ਆ, ਇੱਕੋ ਤਰ੍ਹਾਂ ਦਾ ਕੰਮ ਕਰਦੇ ਜਾਂ ਕੋਈ ਫਰਕ ਹੈ ਇਹਨਾਂ ਦੇ ਵਿੱਚ? ਜਿਹੜੀ ਤੁਹਾਡੀ ਅਕੈਡਮੀ ਆ, ਉਹ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਹੈ, ਉਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦਾ ਮੇਰਾ ਖਿਆਲ ਕਮੇਟੀ ਦਾ ਤਾਂ ਦਾਇਰਾ ਹੀ ਵੱਖਰਾ ਹੈਗਾ ਅਤੇ ਤੁਹਾਡੀ ਤਾਂ ਟੋਟਲ ਵੱਖਰਾ। ਨਹੀਂ, ਇਹਦੇ 'ਚ ਗੱਲ ਇਸ ਤਰ੍ਹਾਂ ਕਿ ਜਿਹੜੀ ਪੰਜਾਬੀ ਅਕਾਦਮੀ ਦਿੱਲੀ ਹੈ, ਉਹ ਤਾਂ ਇੱਕ ਸਰਕਾਰੀ ਅਦਾਰਾ, ਦਿੱਲੀ ਸਰਕਾਰ ਦੇ ਅਧੀਨ ਆਉਂਦਾ ਹੈ, ਸਰਕਾਰੀ ਫੰਡ ਹੈ, ਸਰਕਾਰੀ ਨੀਤੀਆਂ ਲਾਗੂ ਹੁੰਦੀਆਂ ਨੇ। ਔਰ ਜਿੱਥੋਂ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨਾਂ ਦਾ ਤਾਂ ਇੱਕ ਧਾਰਮਿਕ ਅਦਾਰਾ ਆ, ਉਹ ਉਸ ਤਰ੍ਹਾਂ ਦਾ ਕੰਮ ਆ। ਜਿਹੜੀ ਪੰਜਾਬੀ ਸਾਹਿਤ ਸਭਾ ਹੈ ਜਾਂ ਭਾਈ ਵੀਰ ਸਿੰਘ ਸਦਨ ਹੈ, ਉਹ ਤਾਂ ਮੁੱਢਲੇ ਤੌਰ 'ਤੇ ਵੀ ਅਤੇ ਮੁੱਖ ਤੌਰ 'ਤੇ ਵੀ ਉਹ ਸਿਰਫ ਪੰਜਾਬੀ ਸਾਹਿਤ ਨਾਲ ਰਿਲੇਟਡ ਨੇ। ਮੈਂ ਦੇਖਿਆ ਦਿੱਲੀ ਦੇ ਵਿੱਚ ਜਦੋਂ ਮੈਂ 2 ਸਾਲ ਰਿਹਾ ਉੱਥੇ, ਜਿਹੜੇ ਭਾਈ ਵੀਰ ਸਿੰਘ ਸਦਨ ਆ, ਉਹ ਮੋਟੇ ਤੌਰ 'ਤੇ ਸੈਮੀਨਾਰ ਕਰਾਉਣ ਤੱਕ ਹੀ ਸਾਲ 'ਚ 2 ਜਾਂ 3 ਸੈਮੀਨਾਰ ਕਰਾ ਲਏ। ਇੱਥੋਂ ਕੁ ਤੱਕ ਮੈਨੂੰ ਲੱਗਾ ਉਹਨਾਂ ਦਾ ਕੰਮਕਾਜ, ਬਹੁਤਾ ਕੰਮਕਾਜ ਨਹੀਂ ਲੱਗਾ ਕੋਈ ਹੋਰ ਕੋਈ ਕਰਦੇ ਹੋਣ। ਨਹੀਂ, ਇਸ ਤੋਂ ਬਿਨਾਂ ਵੀ ਉਹ ਜਿਵੇਂ ਬੱਚਿਆਂ ਨੂੰ ਦੇ ਪਾਠ ਮੁਕਾਬਲੇ, ਸੁਲੇਖ ਮੁਕਾਬਲੇ, ਬੱਚਿਆਂ ਨੂੰ ਨਾਲ ਜੋੜਨ ਵਾਸਤੇ ਭਾਈ ਵੀਰ ਸਿੰਘ ਸਦਨ ਵੀ ਕਾਫੀ ਕੰਮ ਕਰਦਾ। ਔਰ ਉਹਨਾਂ ਦਾ ਗੁਰਬਾਣੀ 'ਤੇ ਵੀ ਔਰ ਧਾਰਮਿਕ ਫਲਸਫੇ 'ਤੇ ਵੀ ਉਹਨਾਂ ਦਾ ਕੰਮ ਹੈ, ਉਹ ਕਰ ਰਹੇ ਨੇ ਲਗਾਤਾਰ। ਅਤੇ ਇਹਦੇ ਵਿੱਚ ਮੈਂ ਦੇਖਿਆ ਵੀ ਜਿਹੜੀ ਤੁਹਾਡੀ ਸਭਾ ਹੈ, ਜਿਹੜੀ ਉਹ ਆਮ ਤੌਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਵਾਲੇ ਇਹਨਾਂ ਦਾ ਰੁਝਾਨ ਹੁੰਦਾ, ਵੀ ਕਦੇ ਗਾਇਕਾਂ ਦਾ ਕੋਈ ਪ੍ਰੋਗਰਾਮ ਕਰਾ ਲਿਆ ਜਾਂ 15 ਅਗਸਤ ਨੂੰ ਇੱਕ ਕਵੀ ਸੰਮੇਲਨ ਕਰਾ ਲਿਆ। ਇਹ ਤੋਂ ਇਲਾਵਾ ਕੀ ਹੈਗਾ ਮਤਲਬ? ਨਹੀਂ, ਇਸ ਤਰ੍ਹਾਂ ਜੀ ਕਿ ਜਿਹੜੀ ਇਹ ਗੱਲ ਹੈ, ਕਿਉਂਕਿ ਆਮ ਤੌਰ 'ਤੇ ਹੁੰਦਾ ਕੀ ਹੈ ਕਿ ਜਿਹੜਾ ਸੱਭਿਆਚਾਰਕ ਮੇਲਾ ਉਹਦੀ ਪਬਲਿਸਿਟੀ ਜ਼ਿਆਦਾ ਹੋ ਜਾਂਦੀ, ਉਹਦੇ 'ਤੇ ਲੋਕ ਜ਼ਿਆਦਾ ਜੁੜ ਜਾਂਦੇ ਨੇ ਅਤੇ ਇੱਦਾਂ ਲੱਗਦਾ ਕਿ ਜਿਵੇਂ ਸਿਰਫ ਅਤੇ ਸਿਰਫ ਪੰਜਾਬੀ ਅਕਾਦਮੀ ਜਿਹੜੀ ਆ ਉਹ ਸੱਭਿਆਚਾਰਕ ਪ੍ਰੋਗਰਾਮ ਕਰਾ ਰਹੀ ਹੈ। ਇਸ ਤਰ੍ਹਾਂ ਨਹੀਂ। ਸੱਭਿਆਚਾਰਕ ਪ੍ਰੋਗਰਾਮ ਤਾਂ ਸਾਲ 'ਚ 2-3 ਹੁੰਦੇ ਨੇ। ਵਿਸਾਖੀ 'ਤੇ ਹੋ ਗਿਆ, ਲੋਹੜੀ 'ਤੇ ਹੋ ਗਿਆ, ਜਾਂ ਪਿਛਲੇ 3 ਸਾਲਾਂ ਤੋਂ ਅਸੀਂ ਸ਼ੁਰੂ ਕੀਤਾ ਹੋਇਆ ਪੰਜਾਬੀ ਵਿਰਾਸਤੀ ਮੇਲਾ। ਪਰ ਇਸ ਤੋਂ ਬਿਨਾਂ
ਸਾਹਿਤ ਦਾ ਅਸੀਂ ਬਹੁਤ ਸਾਰਾ ਕੰਮ ਕਰਦੇ ਹਾਂ। ਪੰਜਾਬੀ ਦੇ ਸੈਮੀਨਾਰ ਤੋਂ ਬਿਨਾਂ ਵੀ ਇੱਕੋ ਇੱਕ ਮੈਂ ਇੱਥੇ ਤੁਹਾਡੇ ਨਾਲ ਦੱਸ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਕੋ ਇੱਕ ਪੰਜਾਬੀ ਅਕਾਦਮੀ ਦਿੱਲੀ ਹੈ ਜਿਨੇ 14 ਵੋਲੀਅਮਸ 'ਚ ਪੰਜਾਬੀ ਸਾਹਿਤ ਦਾ ਇਤਿਹਾਸ ਛਾਪਿਆ। ਇਹ ਕਿਸੇ ਯੂਨੀਵਰਸਿਟੀ ਤੋਂ, ਭਾਸ਼ਾ ਵਿਭਾਗ ਪੰਜਾਬ ਤੋਂ ਵੀ ਸਾਡਾ ਜਿਹੜਾ ਸਾਹਿਤ ਜਿਹੜਾ ਅਸੀਂ ਛਾਪਿਆ ਉਹ ਵਿਕ ਜ਼ਿਆਦਾ ਰਿਹਾ ਔਰ ਅਸੀਂ ਹਰ ਸਾਲ ਉਹਨੂੰ ਰੀਪ੍ਰਿੰਟ ਕਰਦੇ ਹਾਂ। ਔਰ ਅਗਲੀ ਗੱਲ ਇਹ ਕਿ ਉਹ ਜਿਹੜਾ ਸਾਡਾ ਸਾਹਿਤ ਦਾ ਇਤਿਹਾਸ ਆ ਉਹ ਵਿਦਿਆਰਥੀਆਂ ਦੇ ਇੰਨਾ ਕੰਮ ਆਉਂਦਾ ਕਿ ਯੂਨੀਵਰਸਿਟੀ ਦੇ ਸਿਲੇਬਸ 'ਚ ਸ਼ਾਮਲ ਹੈ। ਔਰ ਇਸ ਦੇ ਨਾਲ ਸਾਡਾ ਦੁਮਾਸਿਕ ਪਰਚਾ ਆ ਸਮਦਰਸ਼ੀ ਉਹ ਵੀ ਹੈ। ਔਰ ਅਸੀਂ ਆਪਣੀਆਂ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਪ੍ਰਕਾਸ਼ਿਤ ਕਰਦੇ ਹਾਂ। ਔਰ ਜਿਹੜੇ ਕਵੀ ਦਰਬਾਰ ਨੇ ਇਹ ਤਾਂ 2 ਕਵੀ ਦਰਬਾਰ ਮੁੱਖ ਤੌਰ 'ਤੇ ਹੋ ਗਏ ਕਿ ਐਡਾ ਕਵੀ ਦਰਬਾਰ ਇਸ ਪੱਧਰ ਦਾ ਪੰਜਾਬੀ 'ਚ ਹੋਰ ਕਿਤੇ ਨਹੀਂ ਜਿੱਡਾ ਦਿੱਲੀ 'ਚ ਆ। ਇੱਕ ਵਿਰਾਸਤੀ ਮੇਲੇ ਦਾ ਕੀ ਕਨਸੈਪਟ ਕੀ ਹੈ, ਕਿਉਂ ਮਤਲਬ ਤੁਸੀਂ ਸ਼ੁਰੂ ਕੀਤਾ? ਕੀ ਇਹਦੇ ਤੋਂ ਖਾਸ ਪੰਜਾਬੀ ਦੀ ਪ੍ਰਮੋਸ਼ਨ ਦੇ ਵਿੱਚ ਜਾਂ ਸੱਭਿਆਚਾਰ ਦੇ ਕਿਸ ਖੇਤਰ ਨੂੰ, ਕਿਸ ਗੱਲ ਨੂੰ ਮੁੱਖ ਰੱਖ ਕੇ ਤੁਸੀਂ ਇਹਨੂੰ ਸ਼ੁਰੂ ਕੀਤਾ? ਇਸ ਤਰ੍ਹਾਂ ਜੀ ਕਿ ਦਿੱਲੀ ਸਰਕਾਰ ਨੇ ਪਿਛਲੇ 3 ਸਾਲ ਪਹਿਲਾਂ 3-4 ਭਾਸ਼ਾਵਾਂ ਦਾ ਇਸ ਤਰ੍ਹਾਂ ਸੀ ਕਿ ਹਰ ਭਾਸ਼ਾ ਦੀ ਵਿਰਾਸਤ ਨੂੰ ਇਕੱਠਿਆਂ ਕੀਤਾ ਜਾਵੇ। ਜਿਵੇਂ ਉਰਦੂ ਦਾ ਸੀ ਉਰਦੂ ਵਿਰਾਸਤੀ ਮੇਲਾ, ਇਸੇ ਤਰ੍ਹਾਂ ਹਿੰਦੀ, ਇਸੇ ਤਰ੍ਹਾਂ ਪੰਜਾਬੀ। ਉਹਦੇ 'ਚ ਇਹ ਹੈ ਕਿ ਪੰਜਾਬੀ ਦਾ ਜਿਸ ਭਾਸ਼ਾ ਦਾ ਵੀ ਉਹ ਵਿਰਾਸਤੀ ਮੇਲਾ ਹੈ, ਉਸ ਭਾਸ਼ਾ ਦੇ ਸਾਰੇ ਸੱਭਿਆਚਾਰ, ਪੁਰਾਣੀਆਂ ਉਹਦੀਆਂ ਵੰਨਗੀਆਂ ਤਾਂ ਕਿ ਉਹ ਨੌਜਵਾਨ ਪੀੜ੍ਹੀ ਤੱਕ ਲਿਆਂਦੀਆਂ ਜਾ ਸਕਣ। ਅਸੀਂ ਪੰਜਾਬੀ ਅਕਾਦਮੀ ਵਾਲਿਆਂ ਨੇ ਉਹਦੇ 'ਚ ਇੱਕ ਨਵੀਂ ਗੱਲ ਇਹ ਕੀਤੀ ਕਿ ਅਸੀਂ ਉਹਨੂੰ ਸਿਰਫ ਵਿਰਾਸਤੀ ਮੇਲੇ ਨੂੰ ਸੱਭਿਆਚਾਰ ਤੱਕ ਨਾ ਸੀਮਤ ਰੱਖ ਕੇ ਤੇ ਉਹ ਕਰਤਾ ਸਾਹਿਤ ਤੇ ਸੱਭਿਆਚਾਰ। ਉਹਦੇ 'ਚ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਦਿਨੇ ਸਾਰਾ ਦਿਨ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਤੇ ਬੱਚੇ, ਵਿਦਿਆਰਥੀ ਤੇ ਸਾਡੇ ਜਿਹੜੇ ਵੱਡੇ ਲੇਖਕ, ਵੱਡੇ ਸਕਾਲਰ, ਅਧਿਆਪਕ ਉਹ ਆਪਸ 'ਚ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਆ। ਇੱਕ ਦਿਨ ਨਾਟਕ ਦੀਆਂ ਗੱਲਾਂ, ਇੱਕ ਦਿਨ ਕਵਿਤਾ ਦੀਆਂ ਗੱਲਾਂ, ਇੱਕ ਦਿਨ ਕਹਾਣੀ ਦੀਆਂ ਗੱਲਾਂ। ਉਹ ਇਸ ਤਰ੍ਹਾਂ ਸਾਰੇ ਸਾਹਿਤਕਾਰਾਂ ਨੂੰ ਵੀ ਨਾਲ ਜੋੜਿਆ ਤੇ ਨਾਲ ਦੀ ਨਾਲ ਜਿਹੜਾ ਸਾਡਾ ਸੱਭਿਆਚਾਰਕ ਵਿਰਸਾ ਉਹਨੂੰ ਵੀ ਇਕੱਠਾ ਕਰਦੇ ਹਾਂ। ਔਰ ਇਹਦਾ ਮੋਟੇ ਤੌਰ 'ਤੇ ਮੰਤਵ ਇਹ ਹੈ ਕਿ ਦਿੱਲੀ ਦੇ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਸਕੇ ਤਾਂ ਕਿ ਉਹ ਆਪਣੀ ਵਿਰਾਸਤ 'ਤੇ ਮਾਣ ਕਰ ਸਕਣ। ਇਹਦੇ 'ਚ ਜਿਹੜਾ ਤੁਸੀਂ ਇਹਦੇ 'ਚ ਕਿੰਨੀ ਕੁ ਸਫਲਤਾ ਮਿਲੀ? ਦਿੱਲੀ ਦੇ ਕਿੰਨੇ ਕੁ ਪੰਜਾਬੀ ਜਿਹੜਾ ਵਿਰਾਸਤੀ ਮੇਲਾ ਜਦੋਂ ਤੁਸੀਂ ਕਰਦੇ ਆ ਇਹਦੇ 'ਚ ਕਿੰਨੇ ਕੁ ਸ਼ਿਰਕਤ ਕਰਦੇ? ਇਸ ਤਰ੍ਹਾਂ ਜੀ ਕਿ ਮੈਂ ਖੁਦ ਕਹਿੰਦਾ ਤਾਂ ਇਹ ਗੱਲ ਚੰਗਾ ਨਹੀਂ ਲੱਗਦਾ। ਸਾਡੇ 3 ਜਿਹੜੇ ਵਿਰਾਸਤੀ ਮੇਲੇ ਹੋ ਚੁੱਕੇ ਆ ਉਹਦੇ 'ਚ ਇਸ ਤਰ੍ਹਾਂ ਕਿ ਦਿੱਲੀ ਦੀ ਜਨਸੰਖਿਆ, ਦਿੱਲੀ ਦੀ ਜਨਤਾ ਇੰਨੀ ਜ਼ਿਆਦਾ ਜੁੜਦੀ ਆ ਉਹਨਾਂ ਮੇਲਿਆਂ 'ਚ। ਔਰ ਐਤਕੀ ਅਸੀਂ ਨਹੀਂ ਕਰ ਪਾਏ ਤਾਂ ਸਾਨੂੰ ਇਹ ਸਦਾ ਇਸ ਗੱਲ ਦੀ ਮੰਗ ਰਹਿੰਦੀ ਹੈ ਜੀ ਉਹ ਵਿਰਾਸਤੀ ਮੇਲਾ ਕਦੋਂ ਹੋਣਾ। ਐਤਕੀ ਤਾਂ ਮੇਰੇ ਖਿਆਲ ਕਰੋਨਾ ਕਰਕੇ ਨਹੀਂ ਹੋ ਸਕਿਆ। ਹਾਂਜੀ, ਇਸੇ ਕਰਕੇ। ਪਰ ਫਿਰ ਵੀ ਲੋਕ ਜਿਹੜੇ ਆ ਜੀ ਉਹਨੂੰ ਤੁਸੀਂ ਅੱਗੇ ਪਾ ਦਿੱਤਾ। ਕੀ ਹੈ ਕਿਉਂਕਿ ਉਹਦੇ ਨਾਲ ਲੋਕ ਜੁੜਦੇ ਬਹੁਤ ਹੈ। ਦਿੱਲੀ ਦੇ ਆਮ ਲੋਕਾਂ ਦੀ ਇੱਕ ਇਹ ਵੀ ਹੈ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਪੁਰਾਣੀ ਵਿਰਾਸਤ ਆ ਉਹ ਨਵੀਂ ਪੀੜ੍ਹੀ ਨੂੰ ਦਿੱਲੀ 'ਚ ਵੇਖਣ ਨੂੰ ਬਹੁਤ ਘੱਟ ਮਿਲਦੀ ਹੈ। ਤੇ ਇਹ ਸਾਡੇ ਜਿਹੜੇ ਵਿਰਾਸਤੀ ਮੇਲੇ ਆ ਉਹ ਇੱਕ ਤਰ੍ਹਾਂ ਦਾ ਇਹ ਉਹਨਾਂ ਲਈ ਬਹੁਤ ਜ਼ਿਆਦਾ ਸਹਾਈ ਹੁੰਦੇ ਨੇ ਕਿ ਉਹ ਇਹਦੇ ਤੋਂ ਆਪਣੀ ਉਸ ਵਿਰਾਸਤ ਨਾਲ ਜੁੜ ਸਕਣ। ਤੁਸੀਂ ਇਹ ਕੋਈ ਹੈ ਤੁਹਾਡੇ ਕੋਲ ਅੰਦਾਜ਼ਾ ਵੀ ਤੁਸੀਂ ਕਿੰਨੇ ਕੁ ਬੱਚੇ ਜਿਹੜੇ ਆ ਪੰਜਾਬੀ ਪਰਿਵਾਰਾਂ ਦੇ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਪੰਜਾਬੀ ਵੱਲ ਲਿਆਂਦਾ ਹੋਵੇਗਾ? ਇਸ ਤਰ੍ਹਾਂ ਜੰਮੂ ਸਾਹਿਬ ਕਿ ਅਸੀਂ ਨਾ ਉੱਥੇ 2 ਤਰ੍ਹਾਂ ਦੇ ਕੰਮ ਕਰਦੇ ਹਾਂ। ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹਾਂਗਾ। ਇੱਕ ਇਹ ਹੈ ਕਿ ਅਸੀਂ ਦਿੱਲੀ ਦੇ ਵੱਖ-ਵੱਖ ਖਿੱਤਿਆਂ 'ਚ, ਵੱਖ-ਵੱਖ ਇਲਾਕਿਆਂ 'ਚ ਰੈਗੂਲਰ ਪੰਜਾਬੀ ਟੀਚਿੰਗ ਸੈਂਟਰ ਬਣਾਏ ਹੋਏ ਨੇ ਜਿੱਥੇ ਕੋਈ ਵੀ ਆਣ ਕੇ ਉਹਨੂੰ ਕੋਈ ਸਕੂਲੀ ਪੜ੍ਹਾਈ ਦੀ ਲੋੜ ਨਹੀਂ। ਕਿੰਨੇ ਕੁ ਸੈਂਟਰ ਨੇ ਮਤਲਬ? ਇਸ ਵੇਲੇ 70 ਦੇ ਕਰੀਬ ਸੈਂਟਰ ਸਾਡੇ ਚੱਲ ਰਹੇ ਆ। ਉੱਥੇ ਆਣ ਕੇ ਬੱਚੇ ਪੰਜਾਬੀ ਪੜ੍ਹਦੇ ਆ, ਲਿਖਦੇ ਆ, ਪੰਜਾਬੀ ਟਾਈਪਿੰਗ ਵੀ ਅਸੀਂ ਸਿਖਾਉਂਦੇ ਆ। ਔਰ ਇਹਦੇ ਨਾਲ ਇੱਕ ਹੋਰ ਗੱਲ ਹੈ ਕਿ ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ, ਐਤਕੀ ਤਾਂ ਚਲੋ ਕਰੋਨਾ ਕਰਕੇ ਨਹੀਂ ਹੈਗਾ, ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਤੇ ਅਸੀਂ ਕਰੀਬਨ 70 ਵਰਕਸ਼ਾਪ ਸਾਰੀ ਦਿੱਲੀ 'ਚ ਅਲੱਗ-ਅਲੱਗ ਲਾਉਂਦੇ ਆ ਜਿੱਥੇ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀ ਨਾਟਕ, ਗਿੱਧਾ, ਭੰਗੜਾ ਇਸ ਤਰ੍ਹਾਂ ਦੀ ਸਿਖਲਾਈ ਦੇ ਕੇ ਤੇ ਫਿਰ ਅਖੀਰ ਤੇ ਅਸੀਂ ਉਹਦਾ ਇੱਕ ਵੱਡਾ ਮੇਲਾ ਕਰਦੇ ਹਾਂ ਜਿਹਦੇ 'ਚ ਤੁਹਾਨੂੰ ਹੈਰਾਨੀ ਹੋਏਗੀ ਕਿ ਸਾਡੇ ਨਾਲ ਹਰ ਸਾਲ 4-5 ਹਜ਼ਾਰ ਬੱਚਾ ਜਿਹੜਾ ਨਾ ਉਹ ਜੁੜਦਾ। ਉਹ ਪੰਜਾਬੀ ਨਾਟਕ ਸਿੱਖਦਾ, ਪੰਜਾਬੀ ਰੰਗਮੰਚ ਸਿੱਖਦਾ, ਪੰਜਾਬੀ ਬੋਲੀ ਸਿੱਖਦਾ, ਗਿੱਧਾ, ਭੰਗੜਾ। ਔਰ ਇਸ ਤਰ੍ਹਾਂ ਦੇ ਬੱਚੇ ਸਾਡੇ ਨਾਲ ਉਹ ਵੱਖ-ਵੱਖ ਇਲਾਕਿਆਂ 'ਚ ਜੁੜਦੇ ਨੇ। ਔਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ 'ਚੋਂ ਬਹੁਤ ਸਾਰੇ ਬੱਚੇ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਵੀ ਪੰਜਾਬੀ ਨਹੀਂ। ਕੀ ਇਹੋ ਜਿਹੀ ਵੀ ਕੋਈ ਯੋਜਨਾ ਤੁਹਾਡੇ ਕੋਲ ਹੈਗੀ ਵੀ ਜਿਹਦੇ 'ਚ ਪੰਜਾਬੀ ਕਿਤਾਬਾਂ ਛਪਦੀਆਂ ਹੋਣ, ਪੰਜਾਬੀ ਸਾਹਿਤਕਾਰਾਂ ਨੂੰ, ਪੰਜਾਬੀ ਦੇ ਛੋਟੇ ਜਿਹੜੇ ਲੇਖਕ ਹੈ ਜਿਹੜੇ ਹੇਠਾਂ ਨੇ ਮਤਲਬ ਜਿਹੜੇ ਜਿਨ੍ਹਾਂ ਕੋਲ ਆਪਣਾ ਨਹੀਂ ਕੰਮਕਾਜ ਚੱਲਦਾ, ਉਹਨਾਂ ਕਿਤਾਬਾਂ ਨਹੀਂ ਛਪਦੀਆਂ, ਉਹ ਇਹੋ ਜਿਹੀ ਕੋਈ ਸਕੀਮ ਹੈਗੀ ਵੀ ਤੁਸੀਂ? ਉਹਦੇ 'ਚ ਇਸ ਤਰ੍ਹਾਂ ਜੀ ਕਿ ਅਸੀਂ ਇੱਕ ਤਾਂ ਇਹ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਦਿੱਲੀ ਦੇ ਵਸਿੰਦੇ ਪੰਜਾਬੀ ਸਾਹਿਤਕਾਰ ਨੇ
ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਬਹੁਤ ਸੇਵਾ ਕੀਤੀ ਹੈ, ਪਰ ਉਹਨਾਂ ਕੋਲੇ ਕੋਈ ਆਪਣਾ ਰੁਜ਼ਗਾਰ ਨਹੀਂ, ਮਹੀਨਾਵਾਰ ਕੋਈ ਤਨਖਾਹ ਨਹੀਂ, ਕੋਈ ਬਿਜ਼ਨਸ ਨਹੀਂ, ਕੋਈ ਆਮਦਨ ਨਹੀਂ, ਉਹਨਾਂ ਨੂੰ ਅਸੀਂ ਮਹੀਨੇਵਾਰ ਇੱਕ ਪੈਨਸ਼ਨ ਵਾਂਗੂ ਦਿੰਦੇ ਹਾਂ। ਔਰ ਇਸ ਦੇ ਨਾਲ ਇਹ ਹੈ ਕਿ ਜਿਹੜੇ ਕਿਸੇ ਲੇਖਕ ਦੀ ਕੋਈ ਕਿਤਾਬ ਉਹ ਖਰੜਾ ਸਾਨੂੰ ਦੇ ਦਿੰਦਾ, ਸਾਡੀ ਕਮੇਟੀ ਹੈ ਉਹ ਖਰੜਾ ਘੋਖ ਕੇ ਜਦੋਂ ਉਹ ਲੱਗੇ ਕਿ ਇਹ ਸਾਹਿਤ ਛਪਣਯੋਗ ਹੈ, ਉਹ ਦਿੱਲੀ ਵੱਲੋਂ ਪੰਜਾਬੀ ਅਕਾਦਮੀ ਵੱਲੋਂ ਉਹ ਕਿਤਾਬ ਛਾਪੀ ਜਾਂਦੀ ਹੈ। ਔਰ ਇਸ ਦੇ ਨਾਲ ਇੱਕ ਹੋਰ ਹੈ ਕਿ ਜਦੋਂ ਹਰ ਸਾਲ ਪੰਜਾਬੀ ਦੀਆਂ ਜਿੰਨੀਆਂ ਕਿਤਾਬਾਂ ਛਪਦੀਆਂ ਉਹਨਾਂ ਚੋਂ ਜਿਹੜੀਆਂ ਕਿਤਾਬਾਂ ਸਾਡੀ ਉਸ ਕਮੇਟੀ ਨੂੰ, ਉਹ ਪੜਤਾਲੀਆ ਕਮੇਟੀ ਨੂੰ ਲੱਗੇ ਕਿ ਇਹ ਕਿਤਾਬਾਂ ਪੜ੍ਹਨਯੋਗ ਨੇ, ਉਹ ਕਿਤਾਬਾਂ ਫਿਰ ਅਸੀਂ ਲੇਖਕ ਤੋਂ ਸਿੱਧੀਆਂ ਖਰੀਦ ਕੇ ਤੇ ਅੱਗੇ ਦਿੱਲੀ ਦੇ ਸਕੂਲਾਂ, ਕਾਲਜਾਂ ਔਰ ਲਾਇਬ੍ਰੇਰੀਜ਼ ਨੂੰ ਮੁਫਤ ਭੇਜਦੇ ਹਾਂ। ਇੱਕ ਦਿੱਲੀ ਦੀ ਜਿਹੜੀ ਪੰਜਾਬੀ ਸਾਹਿਤ ਸਭਾ ਉਹ ਵੀ ਪੰਜਾਬ ਵਿੱਚ ਦੇ ਪਿੰਡਾਂ ਦੇ ਵਿੱਚ ਵੀ ਜਿਹੜੀ ਲਾਇਬ੍ਰੇਰੀ ਆ ਉਹਨਾਂ ਨੂੰ ਕਿਤਾਬਾਂ ਭੇਜਦੀ। ਤੁਹਾਡੀ ਜਿਹੜੀ ਅਕੈਡਮੀ ਹੈ ਇਹ ਦਿੱਲੀ ਦੇ ਵਿੱਚ ਕੋਈ ਇਹੋ ਜਿਹੇ ਕੰਮ ਕਰਦੀ ਹੈ? ਹਾਂਜੀ, ਅਸੀਂ ਸਾਡੇ ਕੋਲੇ ਦਿੱਲੀ ਆਪਣੀਆਂ 42 ਲਾਇਬ੍ਰੇਰੀਜ਼ ਨੇ ਜਿੱਥੇ ਪੰਜਾਬੀ ਦਾ ਸਾਰਾ ਸਾਹਿਤ, ਪੰਜਾਬੀ ਦੀਆਂ ਅਖਬਾਰਾਂ, ਪੰਜਾਬੀ ਦੀਆਂ ਕਿਤਾਬਾਂ, ਔਰ ਉਹਨਾਂ ਲਾਇਬ੍ਰੇਰੀਜ਼ 'ਚ ਅਸੀਂ ਖੁਦ ਕਿਤਾਬਾਂ ਖਰੀਦ ਕੇ ਮੁਫਤ ਭੇਜਦੇ ਹਾਂ। ਇਸ ਤੋਂ ਬਿਨਾਂ ਜਿਹੜੇ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਂਦੀ ਹੈ, ਜਿਹੜੇ ਸਕੂਲਾਂ ਦੀਆਂ ਲਾਇਬ੍ਰੇਰੀਜ਼ 'ਚ ਪੰਜਾਬੀ ਬਾਰੇ ਕੋਈ ਵੀ ਮੰਗ ਆਉਂਦੀ ਹੈ, ਅਸੀਂ ਉੱਥੇ ਕਿਤਾਬਾਂ ਖਰੀਦ ਕੇ ਮੁਫਤ ਦਿੰਦੇ ਹਾਂ। ਔਰ ਇਹਦੇ ਨਾਲ ਹੀ ਜਿਹੜੇ ਸਕੂਲਾਂ 'ਚ ਬੱਚੇ ਪੜ੍ਹਦੇ ਆ, ਅਸੀਂ ਸਗੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 5ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਖੁਦ ਖਰੀਦ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਮੁਫਤ ਦਿੱਤੀਆਂ ਜਾਂਦੀਆਂ। ਕਿੰਨੇ ਬੱਚਿਆਂ ਨੂੰ ਤੁਸੀਂ ਕਿਤਾਬਾਂ ਦਿੰਦੇ? ਕੋਈ ਗਿਣਤੀ ਹੈਗੀ, ਕੋਈ ਨੰਬਰ? ਇਹ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਸਕੂਲ ਨੇ ਸਾਡੇ ਕੋਲ ਇਸ ਵੇਲੇ ਤਕਰੀਬਨ 750 ਸਕੂਲ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ। ਔਰ ਉਹਨਾਂ ਦੇ ਵਿੱਚ ਹੈ ਕਿ ਆਮ ਤੌਰ 'ਤੇ ਜੇ ਮੈਂ ਰਫਲੀ ਜੇ ਤੁਹਾਨੂੰ ਕਹਾਂ ਤਾਂ ਇੱਕ ਕਲਾਸ ਦੇ ਵਿੱਚ 25 ਤੋਂ 30 ਬੱਚੇ ਸਾਨੂੰ ਜਿਹੜੇ ਆ ਉਹ ਮਿਲ ਜਾਂਦੇ ਆ, ਜਿੱਥੇ ਅਸੀਂ ਫਿਰ ਉਹ ਕਿਤਾਬਾਂ ਜਿਹੜੀਆਂ ਉਹ ਦਿੰਦੇ ਹਾਂ। ਇਹੋ ਜਿਹੀ ਕੋਈ ਸਕੀਮ ਵੀ ਹੈਗੀ ਜਿਹਦੇ 'ਤੇ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਵੀ ਰੱਖਦੇ ਹੋ, ਉਹਨਾਂ ਦੀਆਂ ਤਨਖਾਹਾਂ ਵੀ ਦਿੰਦੇ ਹੋ? ਕੋਈ ਇਹ ਪ੍ਰਮੋਸ਼ਨ ਲਈ ਕੋਈ ਕੰਮ? ਇਸ ਤਰ੍ਹਾਂ ਜੀ, ਹੁਣ ਤਾਂ ਸਗੋਂ ਸਾਡੇ ਕੋਲੇ 400 ਦੇ ਕਰੀਬ ਅਧਿਆਪਕ ਰਹਿ ਗਿਆ, ਪਰ ਕਿਸੇ ਵੇਲੇ ਪੰਜਾਬੀ ਅਕਾਦਮੀ ਕੋਲੇ 1400 ਅਧਿਆਪਕ ਸੀ ਜਿਹੜਾ ਅਸੀਂ ਦਿੱਲੀ ਦੇ ਵੱਖ-ਵੱਖ ਸਕੂਲਾਂ 'ਚ ਭੇਜਦੇ ਸੀ। ਉਸ ਤੋਂ ਬਾਅਦ ਸਰਕਾਰ ਨੇ ਖੁਦ ਸਕੂਲ ਟੀਚਰ ਜਿਹੜੇ ਆ ਉਹਨਾਂ ਦੀਆਂ ਨਿਯੁਕਤੀਆਂ ਕਰਕੇ, ਜਿਵੇਂ ਪਿੱਛੇ ਜੇ 400 ਦੇ ਕਰੀਬ 500 ਦੇ ਕਰੀਬ ਦਿੱਲੀ ਸਰਕਾਰ ਵੱਲੋਂ ਜਿਹੜੇ ਟੀਚਰ ਸੀਗੇ ਉਹ ਨਿਯੁਕਤ ਕਰਕੇ ਸਕੂਲਾਂ 'ਚ ਭੇਜੇ ਗਏ। ਇਹਨਾਂ ਸਾਰੇ ਦੇ ਅਧਿਆਪਕਾਂ ਨੂੰ ਤਨਖਾਹ ਅਸੀਂ ਦਿੰਦੇ ਹਾਂ, ਇਹਨਾਂ ਦੀ ਬਦਲੀਆਂ ਔਰ ਇਹਨਾਂ ਦੀਆਂ ਪ੍ਰਮੋਸ਼ਨਸ ਇਹ ਸਾਰਾ ਪੰਜਾਬੀ ਅਕਾਦਮੀ ਕਰਦੀ ਹੈ, ਤਾਂ ਕਿ ਦਿੱਲੀ 'ਚ ਕੀ ਹੈ ਕਿ ਇੱਕ ਗੱਲ ਹੋਈ ਨਵੀਂ ਸਰਕਾਰ ਆਉਣ ਤੋਂ ਕਿ ਕਿਸੇ ਸਕੂਲ 'ਚ ਜੇ ਇੱਕ ਵੀ ਬੱਚਾ ਉਰਦੂ ਜਾਂ ਪੰਜਾਬੀ ਪੜ੍ਹਨੀ ਚਾਹੁੰਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਪੰਜਾਬੀ ਦਾ ਅਧਿਆਪਕ ਦਿੱਤਾ ਜਾਵੇ। ਔਰ ਇਹ ਜ਼ਿੰਮੇਵਾਰੀ ਪੰਜਾਬੀ ਅਕਾਦਮੀ ਦਿੱਲੀ ਨੂੰ ਹੈ ਕਿ ਜਦੋਂ ਵੀ ਕਿਸੇ ਸਕੂਲ ਤੋਂ ਮੰਗ ਆ ਜਾਏ ਕਿ ਸਾਡੇ ਸਕੂਲ ਦੇ ਵਿੱਚ 2 ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਨੇ, ਉਹ ਕਿਸੇ ਵੀ ਕਲਾਸ ਦੇ ਹੋਣ, ਔਰ ਪੰਜਾਬੀ ਅਕਾਦਮੀ ਨੂੰ ਉੱਥੇ ਅਧਿਆਪਕ ਦੇਣ ਵਾਸਤੇ ਕਿਹਾ ਜਾਂਦਾ, ਤਾਂ ਅਸੀਂ ਉੱਥੇ ਪੰਜਾਬੀ ਦਾ ਅਧਿਆਪਕ ਜਿਹੜਾ ਦਿੰਦੇ ਹਾਂ, ਤਨਖਾਹ ਉਹਨੂੰ ਪੰਜਾਬੀ ਅਕਾਦਮੀ ਦਿੰਦੀ ਹੈ। ਇਸ ਤੋਂ ਇਲਾਵਾ ਜਿਹੜੀਆਂ ਪੰਜਾਬੀ ਦੀਆਂ ਹੋਰ ਆਰਗੇਨਾਈਜੇਸ਼ਨਾਂ ਨੇ ਪੰਜਾਬ ਦੇ ਵਿੱਚ, ਜਿਵੇਂ ਭਾਸ਼ਾ ਵਿਭਾਗ ਹੋ ਗਿਆ, ਕੇਂਦਰੀ ਲੇਖਕ ਸਭਾ ਹੋ ਗਈ, ਉਹਨਾਂ ਨਾਲ ਤੁਹਾਡਾ ਕੀ? ਇਸ ਤਰ੍ਹਾਂ ਜੀ ਕਿ ਪੰਜਾਬੀ ਅਕਾਦਮੀ ਦਿੱਲੀ ਮੁੱਢਲੇ ਤੌਰ 'ਤੇ ਬਣੀ ਤਾਂ ਦਿੱਲੀ ਵਾਸਤੇ ਹੈ, ਦਿੱਲੀ ਦੇ ਖਿੱਤੇ ਵਾਸਤੇ ਹੈ, ਦਿੱਲੀ ਦੇ ਲੋਕਾਂ ਵਾਸਤੇ ਹੈ, ਪਰ ਭਾਸ਼ਾ ਨੂੰ ਅਸੀਂ ਹੱਦਾਂ 'ਚ ਨਹੀਂ ਬੰਨ੍ਹ ਕੇ ਰੱਖ ਸਕਦੇ। ਅਤੇ ਸਾਡੀ ਜਿਹੜੀ ਇੱਕ ਸਰਵ ਪ੍ਰਵਾਨਿਤ ਸਕੀਮ ਹੈ ਕਿ ਭਾਸ਼ਾ ਦਾ, ਲੇਖਕਾਂ ਦਾ ਸਾਡਾ ਇੱਕ ਦੂਜੇ ਨਾਲ ਆਦਾਨ ਪ੍ਰਦਾਨ, ਕਿ ਜਿਵੇਂ ਦਿੱਲੀ ਦੇ ਲੇਖਕਾਂ ਨੂੰ ਅਸੀਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਹਰਿਆਣੇ 'ਚ, ਰਾਜਸਥਾਨ, ਜੰਮੂ ਉੱਥੇ ਭੇਜਦੇ ਹਾਂ ਆਪਣੇ ਕੋਲੋਂ ਪੈਸੇ ਦੇ ਕੇ, ਖਰਚਾ ਕਰਕੇ ਉਹਨਾਂ ਦਾ ਆਉਣ ਜਾਣ ਦਾ ਕਿਰਾਇਆ, ਉਹਨਾਂ ਦਾ ਰਹਿਣ ਸਹਿਣ ਦਾ, ਤਾਂ ਕਿ ਉਹ ਦਿੱਲੀ ਦੇ ਲੇਖਕ ਜਿਹੜੇ ਆ ਉਹ ਵੇਖ ਸਕਣ ਕਿ ਦਿੱਲੀ ਤੋਂ ਬਾਹਰ ਪੰਜਾਬੀ ਭਾਸ਼ਾ ਸਾਹਿਤ ਕਿਵੇਂ ਹੋ ਰਿਹਾ। ਔਰ ਇਸ ਦੇ ਨਾਲ ਹੀ ਦਿੱਲੀ ਤੋਂ ਬਾਹਰ ਜਿਹੜੇ ਸਾਹਿਤਕਾਰ, ਜਿਹੜੇ ਲੇਖਕ ਰਹਿੰਦੇ ਆ, ਉਹਨਾਂ ਨੂੰ ਅਸੀਂ ਦਿੱਲੀ ਬੁਲਾ ਕੇ ਸੈਮੀਨਾਰ ਜਾਂ ਜਿਹੜੀਆਂ ਗੋਸ਼ਟੀਆਂ ਨੇ ਉਹਨਾਂ 'ਚ ਸ਼ਾਮਲ ਕਰਦੇ ਹਾਂ, ਔਰ ਸਾਰਾ ਖਰਚਾ ਅਕੈਡਮੀ ਉਠਾਉਂਦੀ ਹੈ, ਤਾਂ ਕਿ ਇਹ ਭਾਸ਼ਾ ਦਾ ਆਦਾਨ ਪ੍ਰਦਾਨ ਹੋ ਕੇ ਸਾਹਿਤਕਾਰਾਂ 'ਚ, ਵਿਦਿਆਰਥੀਆਂ 'ਚ ਇਹ ਸਮਝ ਬਣ ਸਕੇ ਕਿ ਭਾਸ਼ਾ ਜਿਹੜੀ ਆ ਉਹ ਕਿਸ ਤਰ੍ਹਾਂ ਵਿਕਾਸ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਵੇਂ ਉਹਦੇ ਨਾਲ ਲੈ ਕੇ ਚੱਲਣਾ। ਇੱਥੇ ਲੈਣੇ ਪਿਆਰੇ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ।
ਬ੍ਰੇਕ ਤੋਂ ਬਾਅਦ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ। ਮੈਂ ਦੱਸਣਾ ਚਾਹਾਂਗਾ ਕਿ ਅੱਜ ਸਾਡੇ ਨਾਲ ਦਿੱਲੀ ਜਿਹੜੀ ਪੰਜਾਬੀ ਅਕੈਡਮੀ ਉਹਦੇ ਸਕੱਤਰ ਗਰਾਇਆ ਸਾਹਿਬ ਸਾਡੇ ਨਾਲ ਨੇ। ਉਹ ਪੰਜਾਬੀ ਦੀ ਸਥਿਤੀ ਬਾਰੇ ਦਿੱਲੀ ਦੇ ਵਿੱਚ ਤੇ ਇਹਨੂੰ ਕਿਵੇਂ ਪ੍ਰਮੋਟ ਕੀਤਾ ਜਾ ਰਿਹਾ, ਇਹਦੀ ਤਰੱਕੀ ਵਾਸਤੇ ਉਹਨਾਂ ਦੀ ਜਿਹੜੀ ਅਕੈਡਮੀ ਉਹ ਕੀ ਕਰ ਰਹੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਆ। ਤੇ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ, ਗਰਾਇਆ ਸਾਹਿਬ ਇਹ ਦੱਸੋ ਵੀ ਤੁਸੀਂ ਸਿਹਤ ਦੀ ਪ੍ਰਮੋਸ਼ਨ ਲਈ ਕੀ ਕਰ ਰਹੇ ਹੋ ਉੱਥੇ? ਇਸ ਤਰ੍ਹਾਂ ਜੀ ਕਿ ਪੰਜਾਬੀ ਅਕਾਦਮੀ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਸਾਹਿਤਕਾਰ ਦਿੱਲੀ ਦੇ ਆ, ਅਸੀਂ ਹਰ ਸਾਲ ਅਵਾਰਡ ਦਿੰਦੇ ਆ। ਅੱਛਾ ਜੀ, ਕਿੰਨੇ ਅਵਾਰਡ? 6 ਅਵਾਰਡ ਦਿੰਦੇ ਆ, ਜਿਹਦੇ 'ਚ 1.5 ਲੱਖ ਦਾ ਅਵਾਰਡ ਵੀ ਹੈ, 2 ਅਵਾਰਡ ਪਰਮ ਸਾਹਿਤ ਸਨਮਾਨ ਤੇ ਪਰਮ ਸੱਭਿਆਚਾਰ ਸਨਮਾਨ ਜਿਹੜੇ ਆ ਉਹ ਹੋ ਗਏ। ਫਿਰ ਕਵਿਤਾ ਦਾ, ਫਿਰ ਕਹਾਣੀ ਦਾ, ਨਾਟਕ ਦਾ, ਗੀਤ ਸੰਗੀਤ ਦਾ, ਇਹ ਸਨਮਾਨ ਦਿੰਦੇ ਆ ਹਰ ਸਾਲ, ਜਿਹੜੇ ਅਸੀਂ ਲਗਾਤਾਰ ਦਿੰਦੇ ਆ ਰਹੇ ਹਾਂ। ਉਹਦੀ ਰਾਸ਼ੀ ਵੀ ਬਹੁਤ ਸਨਮਾਨਯੋਗ ਆ। ਔਰ ਇਸ ਦੇ ਨਾਲ ਇਹ ਹੈ ਕਿ ਪੰਜਾਬੀ ਅਕਾਦਮੀ ਨੇ ਜਿਹੜਾ ਹੈਗਾ ਕਿ ਸਾਡਾ ਸਾਹਿਤ ਦਾ ਇਤਿਹਾਸ ਅਸੀਂ ਛਾਪਿਆ। ਇਸ ਤੋਂ ਬਿਨਾਂ ਸਾਹਿਤਕਾਰਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਛਾਪੀਆਂ। ਜਿਵੇਂ ਤੁਸੀਂ ਦੇਖੋ ਕਿ ਪਹਿਲਾਂ ਅੰਮ੍ਰਿਤਾ ਪ੍ਰੀਤਮ, ਡਾਕਟਰ ਹਰਭਜਨ ਸਿੰਘ, ਇਹੋ ਜਿਹੇ ਲੋਕ ਜਿਹੜੇ ਆ ਉਹ ਪੰਜਾਬੀ ਅਕਾਦਮੀ ਦੀ ਗਵਰਨਿੰਗ ਕਾਉਂਸਲ ਦੇ ਮੈਂਬਰ ਵੀ ਰਹੇ। ਅਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਨੇ ਜਿਸ ਤਰ੍ਹਾਂ ਸਾਡਾ ਮੈਗਜ਼ੀਨ ਸਮਦਰਸ਼ੀ ਸੀਗਾ, ਉਹਦੇ ਨਾਲ ਅਸੀਂ ਸਾਹਿਤ ਦੀ ਸੇਵਾ ਕਰ ਰਹੇ ਹਾਂ। ਔਰ ਇਸ ਦੇ ਨਾਲ ਇਹ ਹੈ ਕਿ ਪੰਜਾਬੀ ਸਾਹਿਤ ਦੀ ਡਾਕੂਮੈਂਟੇਸ਼ਨ ਜਿੰਨੀ ਵਧੀਆ ਪੰਜਾਬੀ ਅਕਾਦਮੀ ਨੇ ਕੀਤੀ ਹੈ, ਸਾਨੂੰ ਉੱਤੇ ਮਾਣ ਹੈ। ਅਸੀਂ ਸਾਡੇ ਵੱਡੇ ਸਾਹਿਤਕਾਰਾਂ ਦੀਆਂ ਡਾਕੂਮੈਂਟਰੀ ਫਿਲਮਸ ਵੀ ਬਣਾ ਰਹੇ ਹਾਂ। ਉਹ ਵੀ ਜਿਵੇਂ ਪਿੱਛੇ ਜੇ ਅਸੀਂ ਗੁਲਜ਼ਾਰ ਸੰਧੂ ਸਾਹਿਬ ਦੀ ਬਣਾਈ ਸੀ, ਪਹਿਲਾਂ ਸੁਰਿੰਦਰ ਕੌਰ ਹੋਣਾ ਦੀ ਵੀ। ਇਸ ਤਰ੍ਹਾਂ ਸਾਰੇ ਜਿਹੜੇ ਸਾਹਿਤਕਾਰ ਆ ਉਹਨਾਂ ਦੀਆਂ ਡਾਕੂਮੈਂਟਰੀਜ਼ ਵੀ ਬਣਾ ਰਹੇ ਹਾਂ। ਔਰ ਇਸ ਦੇ ਨਾਲ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਇੱਕ ਪੰਜਾਬੀ 'ਚ ਜਿਹੜੀ ਟਰਾਂਸਲੇਸ਼ਨ ਦੀ ਗੱਲ ਹੈ, ਉਹ ਇਹ ਹੈ ਕਿ ਪੰਜਾਬੀ ਅਕੈਡਮੀ ਨੇ ਕੀਤਾ ਕਿ ਜਿਹੜੇ ਵਿਸ਼ਵ ਚਿੰਤਕ ਨੇ, ਜਿਹੜੇ ਥਿੰਕਰਸ ਨੇ ਲਿਟਰੇਚਰ ਦੇ, ਉਹਨਾਂ ਦੇ ਮੋਨੋਗ੍ਰਾਮ ਜਿਹੜੇ ਆ ਉਹ ਅਸੀਂ ਟਰਾਂਸਲੇਟ ਕਰਾ ਕੇ ਪੰਜਾਬੀ 'ਚ ਛਪਵਾਏ, ਜਿਹੜੇ ਕਿ ਇਸ ਵੇਲੇ 15-16 ਜਿਵੇਂ ਰੌਲਾ ਬਾਰਤਾ, ਗ੍ਰਾਸਮੀ ਹੈ, ਇਸ ਤਰ੍ਹਾਂ ਦੇ ਬੜੇ ਸਾਰੇ ਜਿਹੜੇ ਸਾਡੇ ਵਿਸ਼ਵ ਚਿੰਤਕ ਨੇ, ਉਹਨਾਂ ਦੀਆਂ ਵਿਸ਼ਵ ਚਿੰਤਨ ਲੜੀਆਂ ਅਸੀਂ ਪ੍ਰਕਾਸ਼ਿਤ ਕਰ ਰਹੇ ਹਾਂ, ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗ ਸਕੇ ਕਿ ਸੰਸਾਰ ਦਾ ਲਿਟਰੇਚਰ ਜਿਹੜਾ ਦੂਜਾ ਆ ਉਹ ਪੰਜਾਬੀ ਦੇ ਮੁਕਾਬਲੇ ਕਿਸ ਤਰ੍ਹਾਂ, ਔਰ ਅਸੀਂ ਉਹਦੇ ਤੋਂ ਕਿਵੇਂ ਆਪਣੇ ਆਪ ਨੂੰ ਅਪਡੇਟ ਰੱਖਣਾ। ਇੱਕ ਤੁਸੀਂ ਕਿਹਾ ਵੀ ਅਸੀਂ ਅਵਾਰਡ ਦਿੰਦੇ ਹਾਂ, ਅਵਾਰਡਾਂ ਨੂੰ ਲੈ ਕੇ ਅਕਸਰ ਪੰਜਾਬ ਦੇ ਵਿੱਚ ਵੀ ਤੇ ਹੋਰ ਥਾਵਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਅਵਾਰਡ ਜਿਹੜੇ ਆ ਉਹ ਆਬਜੈਕਟਿਵ ਬਾਹਰਮੁਖੀ ਕ੍ਰਾਈਟੇਰੀਆ ਦੇ ਆਧਾਰ 'ਤੇ ਨਹੀਂ ਦਿੱਤੇ ਜਾਂਦੇ, ਬੜਾ ਸਬਜੈਕਟਿਵ ਉਹਦੇ ਪਹੁੰਚ ਅਪਣਾਈ ਜਾਂਦੀ ਹੈ। ਕੀ ਇਹੋ ਜਿਹਾ ਤੁਹਾਡੇ ਵੀ ਕੋਈ? ਨਹੀਂ, ਸਾਡੇ ਇਸ ਤਰ੍ਹਾਂ ਕਿ ਅਸੀਂ ਪਿੱਛੇ ਜਿਹੜੇ ਇਨਾਮ ਦਿੱਤੇ ਨੇ, ਤੁਸੀਂ ਨਿਊਜ਼ 'ਚ ਵੀ ਪੜ੍ਹ ਲਓ ਅਤੇ ਸਾਰਾ, ਕਿਉਂਕਿ ਉਹਦੇ ਵਿੱਚ ਬਾਕਾਇਦਾ ਇੱਕ ਕਮੇਟੀ ਬਣਦੀ ਹੈ। ਕਮੇਟੀ ਸਾਰੀ ਘੋਖ ਪੜਤਾਲ ਕਰਕੇ, ਔਰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਪਿਛਲੇ 4-5 ਸਾਲ 'ਚ ਕਿ ਕਦੇ ਇਸ ਤਰ੍ਹਾਂ ਦੀ ਗੱਲ ਹੋਵੇ ਵੀ ਅਵਾਰਡਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਉਂਗਲ ਵੀ ਉੱਠ ਸਕੇ। ਪੰਜਾਬੀ ਮੀਡੀਆ ਪੱਤਰਕਾਰੀ ਲਈ ਵੀ ਤੁਸੀਂ ਮੇਰਾ ਖਿਆਲ ਪੱਤਰਕਾਰੀ ਲਈ ਵੀ ਅਵਾਰਡ ਦਿੰਦੇ ਆ ਜੀ, ਸਾਡੇ ਪੱਤਰਕਾਰਾਂ ਨੂੰ ਵੀ ਦਿੱਤੇ ਗਏ। ਇਸ ਤੋਂ ਇਲਾਵਾ ਤੁਸੀਂ ਹੋਰ ਕੀ ਖਾਸ ਸਰਗਰਮੀਆਂ ਜਿਹੜੀਆਂ ਉੱਥੇ ਕਰਦੇ ਹੋ ਜਿਨ੍ਹਾਂ ਨਾਲ ਪੰਜਾਬੀ ਦੀ ਪ੍ਰਮੋਸ਼ਨ ਹੁੰਦੀ ਹੈ? ਕਿ ਗਰਮੀਆਂ ਦੇ ਵਿੱਚ ਛੁੱਟੀਆਂ ਜਦੋਂ ਇਸ ਵਾਰੀ ਤਾਂ ਚਲੋ ਕਰੋਨਾ ਕਰਕੇ ਮਾਮਲਾ ਨਿਕਲ ਗਿਆ, ਤੇ ਗਰਮੀਆਂ ਦੀਆਂ ਛੁੱਟੀਆਂ 'ਚ ਵੀ ਕੋਈ ਵਰਕਸ਼ਾਪਾਂ ਜਾਂ? ਹਾਂਜੀ, ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਕਿ ਗਰਮੀਆਂ ਦੀ ਛੁੱਟੀਆਂ 'ਚ ਅਸੀਂ 70 ਦੇ ਕਰੀਬ ਵਰਕਸ਼ਾਪ ਲਾਉਂਦੇ ਹਾਂ, ਜਿਨ੍ਹਾਂ ਵਰਕਸ਼ਾਪ ਦੇ ਵਿੱਚ ਰੰਗਮੰਚ, ਪੰਜਾਬੀ ਭਾਸ਼ਾ, ਗਿੱਧਾ, ਭੰਗੜਾ ਇਹ ਸਿਖਾਇਆ ਜਾਂਦਾ, ਔਰ ਬਾਅਦ 'ਚ ਉਹਦਾ ਜਿਹੜਾ ਹੈਗਾ ਬਕਾਇਦਾ ਮੰਡੀ ਹਾਊਸ ਦੇ ਆਡੀਟੋਰੀਅਮ ਬੁੱਕ ਕਰਾ ਕੇ ਮੰਚਨ ਕਰਾਇਆ ਜਾਂਦਾ। ਔਰ ਇਸ ਦੇ ਨਾਲ ਹੀ ਜੰਮੂ ਸਾਹਿਬ ਇੱਕ ਹੋਰ ਗੱਲ ਹੈ ਕਿ ਅਸੀਂ ਪੰਜਾਬੀ ਰੰਗਮੰਚ ਦਾ 2 ਤਰ੍ਹਾਂ ਦਾ ਉੱਥੇ ਨਾਟ ਉਤਸਵ ਕਰਦੇ ਹਾਂ। ਇੱਕ ਇਸਤਰੀ ਨਿਰਦੇਸ਼ਿਤ, ਜਿਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਨੇ, ਜਿਹੜੀਆਂ ਉਹ ਡਾਇਰੈਕਟਰ ਨੇ ਜਿਨ੍ਹਾਂ ਰੰਗਮੰਚ ਦੀਆਂ ਜਿਹੜੇ ਨਾਟਕਾਂ ਦੀਆਂ, ਉਹਨਾਂ ਦੁਆਰਾ ਨਿਰਦੇਸ਼ਿਤ ਨਾਟਕ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ। ਔਰ ਇੱਕ ਸਾਡਾ ਹੁੰਦਾ ਸਾਲਾਨਾ ਪੰਜਾਬੀ ਰੰਗਮੰਚ ਮੇਲਾ 5 ਦਿਨ ਦਾ, ਜਿਹਦੇ 'ਚ ਦਿੱਲੀ ਤੇ ਦਿੱਲੀ ਤੋਂ ਬਾਹਰ ਦੇ ਜਿਹੜੇ ਨਾਟਕਕਾਰ ਆ ਉਹ ਆਪਣੇ ਨਾਟਕ ਲੈ ਕੇ ਉੱਥੇ ਆਉਂਦੇ ਆ, ਉਹ ਮੇਲਾ ਕਰਾਉਂਦੇ। ਕਿੰਨੇ ਕੁ ਨਾਟਕਕਾਰ ਹਰ ਵਾਰੀ, ਕਿੰਨੇ ਨਾਟਕ ਟੋਟਲ ਕਰਵਾਉਣੇ? 6 ਦੇ ਕਰੀਬ ਹਰ ਵਾਰ। 6 ਨਾਟਕ, 5 ਦਿਨ ਦੇ ਨਾਟਕ, 5 ਦਿਨ ਦੇ ਨਾਟਕ ਮੇਲੇ ਰੋਜ਼ਾਨਾ ਦਾ ਇੱਕ। ਕਿਉਂਕਿ ਉਹ ਦਿੱਲੀ 'ਚ ਕੀ ਸੀ ਕਿ ਪਹਿਲਾਂ ਰੰਗਮੰਚ ਇੰਨਾ ਵਿਕਸਿਤ ਨਹੀਂ ਸੀ। ਇਹ ਪੰਜਾਬੀ ਅਕੈਡਮੀ ਨੇ, ਜਿਵੇਂ ਸਪਰੂ ਹਾਊਸ ਬਾਰੇ ਪਹਿਲਾਂ ਸੀ ਕਿ ਸਪਰੂ ਹਾਊਸ ਦਾ ਜਿਹੜਾ ਨਾਟਕ ਹੈ ਉਹ ਪੰਜਾਬੀ ਰੰਗਮੰਚ ਦੀ ਕਿਸੇ ਤਰ੍ਹਾਂ ਪ੍ਰਤੀਨਿਧਤਾ ਨਹੀਂ ਕਰਦਾ। ਉਸ ਰੰਗਮੰਚ ਨੂੰ, ਸਪਰੂ ਹਾਊਸ ਨੂੰ ਪੰਜਾਬੀ ਅਕੈਡਮੀ ਨੇ ਬਹੁਤ ਵੱਡੀ ਚੁਣੌਤੀ ਦਿੱਤੀ, ਔਰ ਮੈਂ ਤਾਂ ਇਹ ਵੀ ਕਹਿ ਸਕਦਾ ਕਿ ਸਪਰੂ ਹਾਊਸ ਨੂੰ ਹਾਸ਼ੀਏ ਤੱਕ ਲਿਜਾਣ 'ਤੇ ਪੰਜਾਬੀ ਅਕਾਦਮੀ ਨੇ ਬਹੁਤ ਸਹਿਯੋਗ ਦਿੱਤਾ। ਅੱਜ ਪੰਜਾਬੀ ਰੰਗਮੰਚ ਨੂੰ ਦਿੱਲੀ 'ਚ, ਨਹੀਂ, ਹਾਸ਼ੀਆ ਸ਼ਬਦ ਤਾਂ ਨੈਗੇਟਿਵ ਸੈਂਸ 'ਚ ਨਹੀਂ ਵਰਤਿਆ ਜਾਂਦਾ।
ਹਾਂ ਉਹਨੂੰ, ਕਿਉਂਕਿ ਸਪਰੂ ਹਾਊਸ ਨੂੰ ਨੈਗੇਟਿਵ ਹੀ ਮੰਨਿਆ ਗਿਆ ਸੀਗਾ, ਔਰ ਉਹਨੂੰ ਬਿਲਕੁਲ ਇਹ ਹੈ ਕਿ ਸਪਰੂ ਹਾਊਸ ਨੂੰ ਕਿਹਾ ਤੇ ਵੀ ਜਾਂਦਾ ਕਿ ਸਪਰੂ ਹਾਊਸ ਨੂੰ ਉਹਦੇ ਰੰਗਮੰਚ ਨੂੰ ਅਗਰ ਬੰਦ ਕਰਾਉਣ ਦੀ ਨੌਬਤ ਆਈ ਤਾਂ ਉਹ ਪੰਜਾਬੀ ਅਕੈਡਮੀ ਕੋਲ ਸੀ, ਵੀ ਇਸ ਤਰ੍ਹਾਂ ਦਾ ਰੰਗਮੰਚ ਪੰਜਾਬੀ 'ਚ ਨਹੀਂ ਹੋਣਾ ਚਾਹੀਦਾ ਜਿਹੜਾ ਲੱਚਰਤਾ ਲੈ ਕੇ ਜਾਂਦਾ, ਜਿਹੜਾ ਫੂਡਪਨ ਵਿਖਾਉਂਦਾ, ਔਰ ਉਹ ਤਕਰੀਬਨ ਬੰਦ ਹੋਣ ਦੀ ਨੌਬਤ ਤੱਕ ਗਿਆ। ਚਲੋ ਚੰਗਾ, ਉਹ ਤਾਂ ਬੰਦ ਹੀ ਹੋਣਾ ਚਾਹੀਦਾ ਜਿਹੜਾ ਇਸ ਕਿਸਮ ਦਾ। ਇਸ ਗੱਲ ਦੀ ਪੰਜਾਬੀ ਅਕਾਦਮੀ ਨੂੰ ਸਾਰਿਆਂ ਵੱਲੋਂ ਬਹੁਤ ਵਧਾਈ ਮਿਲੀ ਸੀ ਕਿ ਇਹ ਪੰਜਾਬੀ ਅਕਾਦਮੀ ਨੇ ਉਹਦੇ ਮੁਕਾਬਲੇ ਤੇ ਇੱਕ ਪੈਰਲਲ ਰੰਗਮੰਚ ਖੜਾ ਕੀਤਾ। ਕੋਈ ਜਿਹੜੇ ਨਵੇਂ ਗਾਇਕ ਆ ਜਾਂ ਨਵੇਂ ਕਲਾਕਾਰ ਆ ਜਾਂ ਨਵੇਂ ਸਾਹਿਤਕਾਰ ਨੇ, ਉਹਨਾਂ ਲਈ ਵੀ ਕੋਈ ਸਕਾਲਰਸ਼ਿਪ ਸਕੀਮ ਵੀ ਹੈਗੀ ਤੁਹਾਡੀ ਕੋਈ ਅਕੈਡਮੀ ਦੀ? ਦੇਖੋ ਜੀ, ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਨੂੰ ਅਸੀਂ ਆਪਣੀ ਅਕੈਡਮੀ 'ਚ ਉਹਨਾਂ ਦੀ ਬਕਾਇਦਾ A ਗ੍ਰੇਡ B ਗ੍ਰੇਡ ਕਲਾਕਾਰ ਕਰਕੇ ਉਹਨਾਂ ਨੂੰ ਪ੍ਰੋਗਰਾਮ ਦਿੰਦੇ ਆ, ਅਲੱਗ-ਅਲੱਗ ਮੁਹੱਲਿਆਂ 'ਚ ਉਹਨਾਂ ਦੇ ਪ੍ਰੋਗਰਾਮ ਕਰਾਉਂਦੇ ਆ, ਉਹਨਾਂ ਨੂੰ ਸਟੇਜ ਮੁਹੱਈਆ ਕਰਵਾਉਂਦੇ ਆ। ਜਿਵੇਂ ਅਸ਼ੋਕ ਮਸਤੀ, ਈਵਨ ਜੱਸੀ, ਦਲੇਰ ਮਹਿੰਦੀ, ਮੀਕਾ, ਇਹ ਪਹਿਲਾਂ ਪੰਜਾਬੀ ਅਕੈਡਮੀ ਦੀਆਂ ਸਟੇਜਿਸ ਤੋਂ ਅੱਗੇ ਗਏ ਨੇ, ਔਰ ਉਹ ਇਹ ਗੱਲ ਆਪਸ 'ਚ ਮੰਨਦੇ ਵੀ ਹੈ ਕਿ ਸਾਨੂੰ ਪੰਜਾਬੀ ਅਕੈਡਮੀ ਨੇ ਇਸ ਤਰ੍ਹਾਂ ਦੇ ਮੌਕੇ ਦਿੱਤੇ। ਔਰ ਇਹਦੇ ਨਾਲ ਹੀ ਹੈ ਕਿ ਨਵੇਂ ਸਾਹਿਤਕਾਰਾਂ ਨੂੰ ਵੀ ਅਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਹਾਂ, ਉਹਨਾਂ ਦੀਆਂ ਕਿਤਾਬਾਂ ਛਾਪ ਕੇ ਵੀ, ਉਹਨਾਂ ਦੀਆਂ ਆਪਣੇ ਆਪ ਛਪਾਈਆਂ ਕਿਤਾਬਾਂ ਨੂੰ ਖਰੀਦ ਕੇ ਵੀ। ਤੇ ਇਹ ਕਿਹੜੇ ਕਦਮ ਹੋਰ ਚੁੱਕੇ ਜਾ ਸਕਦੇ ਜਿਹਦੇ ਨਾਲ ਪੰਜਾਬੀ ਦੀ ਉੱਥੇ ਪ੍ਰਮੋਸ਼ਨ ਹੋਵੇ, ਲੋਕ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਾਉਣ, ਤਾਂ ਕਿ ਪੰਜਾਬੀ ਦਾ ਜੋ ਕਦੇ ਅੱਜ ਤੋਂ 40-50 ਸਾਲ ਪਹਿਲਾਂ ਦਰਜਾ ਦਿੱਲੀ ਦੇ ਵਿੱਚ ਹੁੰਦਾ ਸੀਗਾ, ਉਹ ਦਰਜਾ ਹੁਣ ਹੈ ਨਹੀਂ ਗਾ, ਉਸ ਦਰਜੇ ਨੂੰ ਕਿਤੇ ਪਹੁੰਚਿਆ ਜਾ ਸਕਦਾ, ਉਹਦੇ ਲਈ ਕੀ ਐਫਰਟਸ ਕਰਨ ਦੀ ਲੋੜ? ਵੇਖੋ, ਅਸੀਂ ਆਪਣੇ ਤੌਰ ਤੇ ਬਹੁਤ ਐਫਰਟ ਕਰ ਰਹੇ ਹਾਂ ਕਿ ਨੌਜਵਾਨ ਪੀੜ੍ਹੀ ਤੱਕ ਜਾਇਆ ਸਕੇ, ਉਹਨਾਂ ਨੂੰ ਦੱਸਿਆ ਸਕੇ ਕਿ ਸਾਡੀ ਪੰਜਾਬੀ ਬੋਲੀ ਕੀ ਹੈ। ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਹਦੇ 'ਤੇ ਕੰਮ ਕਰਨ ਦੀ ਲੋੜ ਹੈ, ਜਦੋਂ ਕਿ ਅਸੀਂ ਇਸ ਗੱਲ 'ਤੇ ਮਾਣ ਹੀ ਨਹੀਂ ਕਰਦੇ ਕਿ ਪੰਜਾਬੀ ਬੋਲੀ ਜਿਹੜੀ ਹੈ ਉਹ ਗਿਆਨ ਦੀ ਭਾਸ਼ਾ ਵੀ ਹੈ, ਔਰ ਅਸੀਂ ਆਪਸ 'ਚ ਗੱਲ ਪੰਜਾਬੀ 'ਚ ਕਰੀਏ। ਦਿੱਲੀ 'ਚ ਸਾਰਿਆਂ ਨਾਲੋਂ ਵੱਡੀ ਸਮੱਸਿਆ ਕੀ ਆਈ ਕਿ ਲੋਕੀ ਇਹ ਸੋਚਦੇ ਨੇ ਕਿ ਜੇ ਅਸੀਂ ਪੰਜਾਬੀ 'ਚ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਇਹ ਹੋਏਗਾ ਕਿ ਯਾਰ ਇਹ ਘੱਟ ਪੜ੍ਹਿਆ ਲਿਖਿਆ। ਇਸ ਗੱਲ ਵਾਸਤੇ ਸਾਨੂੰ, ਮੈਨੂੰ ਲੱਗਦਾ, ਇੱਕ ਲੋਕ ਲਹਿਰ ਵਾਂਗੂ ਇਸ ਗੱਲ ਦੀ ਲੋੜ ਹੈ ਹੀਣ ਭਾਵਨਾ ਤੋਂ ਬਚਿਆ ਜਾਏ, ਕਿ ਲੋਕਾਂ ਨੂੰ ਐ ਹੋਵੇ ਕਿ ਪੰਜਾਬੀ ਬੋਲੀ ਵੀ ਸ਼ਾਨਾਮਤੀ ਹੈ, ਇਹਦੇ 'ਤੇ ਮਾਣ ਕਰੀਏ। ਔਰ ਇਹ ਆਪਸ 'ਚ, ਮੈਂ ਕਈ ਵਾਰੀ ਇੱਕ ਗੱਲ ਕਹਿੰਦਾ ਹੁੰਦਾ ਵੀ ਬਾਕੀ ਅਸੀਂ ਜੋ ਮਰਜ਼ੀ ਕਹੀਏ, ਜਦੋਂ ਅਸੀਂ ਦੋ ਪੰਜਾਬੀ ਆਪਸ 'ਚ ਗੱਲ ਕਰਦੇ ਹਾਂ, ਸਾਨੂੰ ਗੈਰ ਭਾਸ਼ਾ ਦਾ ਸਹਾਰਾ ਕਿਉਂ ਲੈਣਾ ਪਵੇ? ਜੇ ਅਸੀਂ ਗੈਰ ਭਾਸ਼ਾ ਦਾ ਸਹਾਰਾ ਲੈਂਦੇ ਹਾਂ ਤਾਂ ਕਮੀ ਸਾਡੀ ਹੈ ਕਿ ਸਾਨੂੰ ਆਪਣੀ ਭਾਸ਼ਾ ਬਾਰੇ ਗਿਆਨ ਨਹੀਂ। ਮੇਰੇ ਖਿਆਲ ਦੁਨੀਆ ਦੇ ਵਿੱਚ 14 ਕਰੋੜ ਦੇ ਕਰੀਬ ਪੰਜਾਬੀ ਨੇ ਜਿਹੜੇ ਪੰਜਾਬੀ ਬੋਲਦੇ ਆ, ਇਸ ਕਰਕੇ ਇਹਦੇ 'ਤੇ ਹੀਣ ਭਾਵਨਾ ਦਾ ਤਾਂ ਸਵਾਲ ਆਉਣਾ ਨਹੀਂ ਚਾਹੀਦਾ, ਪਰ ਇਹ ਹੈ ਸਾਡੇ 'ਚ। ਮਤਲਬ ਇਹ ਮੇਰੇ ਖਿਆਲ ਸ਼ਾਇਦ ਪੰਜਾਬੀ ਜਿਹੜੀ ਹੈ ਉੱਥੇ ਪ੍ਰਮੁਖਤਾ ਨਾਲ ਨਾ ਪੜ੍ਹਾਈ ਜਾਣ ਕਰਕੇ, ਜਾਂ ਸਕੂਲ ਕਾਲਜ ਦੇ ਉਹਦਾ ਹਿੱਸਾ ਨਹੀਂ। ਹਾਂ, ਇਹ ਵੀ ਕਿਹਾ ਜਾ ਸਕਦਾ, ਪਰ ਇਹਦੇ 'ਚ ਮੋਟੇ ਤੌਰ 'ਤੇ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਕਿ ਬੱਚਿਆਂ ਨੂੰ ਜਿੰਨਾ ਚਿਰ ਉਹਦੇ ਤੋਂ ਰੁਜ਼ਗਾਰ ਦੇ ਮੌਕੇ ਨਹੀਂ ਦਿਸਦੇ, ਤੁਸੀਂ ਬੱਚਿਆਂ ਨੂੰ ਹੁਣ ਜਿਵੇਂ ਅਸੀਂ ਸਕੂਲਾਂ 'ਚ ਵੇਖਦੇ ਹਾਂ ਕਿ 6ਵੀਂ 7ਵੀਂ 10ਵੀਂ ਤੱਕ ਬੱਚੇ ਸਾਡੇ ਕੋਲੇ ਪੰਜਾਬੀ ਪੜ੍ਹਨ ਵਾਲੇ ਜ਼ਿਆਦਾ ਹੁੰਦੇ ਆ। ਜਦੋਂ ਹੀ ਉਹ +2 ਜਾਂ ਅੱਗੇ ਜਾਂਦੇ ਨੇ ਉਹ ਪੰਜਾਬੀ ਨਹੀਂ ਪੜ੍ਹਦੇ। ਸਕੂਲਾਂ 'ਚ ਪੰਜਾਬੀ ਪੜ੍ਹਦੇ ਨੇ ਪਰ ਅਗਾਂਹ ਜਾ ਕੇ ਨਹੀਂ ਪੜ੍ਹਦੇ, ਕਿਉਂਕਿ ਜਦੋਂ ਉਹਨਾਂ ਨੇ ਰੁਜ਼ਗਾਰ ਚੁਣਨਾ, ਜਦੋਂ ਕੈਰੀਅਰ ਚੁਣਨਾ, ਤਾਂ ਉਹ ਪੰਜਾਬੀ ਕਿਤੇ ਨਾ ਕਿਤੇ ਬੈਕ ਸੀਟ 'ਤੇ ਆ ਜਾਂਦੀ ਹੈ। ਮਤਲਬ ਇਹ ਹੋਣਾ ਚਾਹੀਦਾ ਵੀ ਪੰਜਾਬੀ ਦਾ ਵੀ ਕੋਈ ਕੈਰੀਅਰ ਦੇ ਵਿੱਚ ਯੋਗਦਾਨ ਹੋਣਾ ਚਾਹੀਦਾ। ਈਵਨ UPSC ਦੇ ਵਿੱਚ ਪੰਜਾਬੀ ਪੜ੍ਹਨ ਵਾਲੇ IAS ਜਿਨ੍ਹਾਂ ਨੇ ਪੰਜਾਬੀ 'ਚ ਪੇਪਰ ਵੀ ਦਿੱਤੇ, ਉਹ ਵੀ IAS ਚੁਣੇਗੇ। ਇਹ ਜਾਂ ਤਾਂ ਮੇਰਾ ਖਿਆਲ ਕਿਤੇ ਜਾਗਰੂਕਤਾ ਦੀ ਘਾਟ ਹੈਗੀ ਹੈ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਸਾਰਿਆਂ ਨਾਲੋਂ ਪਹਿਲਾਂ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਆਤਮ ਵਿਸ਼ਵਾਸ ਬਣਾਈਏ ਕਿ ਸਾਡੀ ਮਾਂ ਬੋਲੀ ਸ਼ਾਨਾਮਤੀ ਹੈ, ਇਹਦੇ 'ਚ ਹਰ ਤਰ੍ਹਾਂ ਦਾ ਗਿਆਨ ਹੈ, ਔਰ ਇਹ ਪੜ੍ਹ ਕੇ ਅਸੀਂ ਅੱਗੇ ਵੱਧ ਸਕਦੇ ਹਾਂ। ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਜੇ ਪੰਜਾਬੀ 'ਚ ਕਹਿ ਦਈਏ ਤਾਂ ਇਹ ਗੱਲ ਹੁੰਦੀ ਹੈ ਨਾ ਵੀ ਤੂੰ ਕਿਹੜਾ DC ਲੱਗਿਆ, ਅਤੇ ਪੰਜਾਬੀ ਪੜ੍ਹ ਕੇ, ਪੰਜਾਬੀ ਭਾਸ਼ਾ, ਸਾਰਾ ਕੁਛ ਪੰਜਾਬੀ 'ਚ ਪੇਪਰ ਦੇ ਕੇ, ਇੰਟਰਵਿਊ ਦੇ ਕੇ ਵੀ ਲੜਕੇ ਜਿਹੜੇ ਆ ਉਹ IAS ਬਣ ਰਹੇ ਨੇ ਔਰ ਬਣੇ ਆ। ਔਰ ਇਸ ਤੋਂ ਵੱਡੀ ਹੋਰ ਪ੍ਰਾਪਤੀ ਹੋਰ ਕੀ ਹੋ ਸਕਦੀ ਹੈ? ਅੱਜ ਲੋੜ ਸਗੋਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ UPSC 'ਚ IAS ਪੰਜਾਬੀ ਮੀਡੀਅਮ ਨਾਲ ਕੀਤੀ ਹੈ, ਉਹਨਾਂ ਬੱਚਿਆਂ ਨੂੰ ਆਮ ਲੋਕਾਂ ਤੱਕ ਲਿਜਾਣ ਦੀ ਲੋੜ ਹੈ, ਦੱਸਣ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਨਾਲ ਤੁਹਾਡਾ ਰੁਜ਼ਗਾਰ ਵੀ ਬਣ ਸਕਦਾ। ਮਤਲਬ ਇਹਨੂੰ ਹੋਰ ਅਦਾਰਿਆਂ ਤੱਕ, ਮਤਲਬ ਦਿੱਲੀ ਦੇ ਸਰਕਾਰ ਨੂੰ ਵੀ ਚਾਹੀਦਾ ਮੇਰਾ ਖਿਆਲ ਇਹਨੂੰ ਪੰਜਾਬੀ ਨੂੰ ਮਤਲਬ ਅਹਿਮ ਥਾਂ ਦੇਣ ਦੀ ਲੋੜ ਹੈਗੀ ਆ। ਈਵਨ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਵੀ ਪੰਜਾਬੀ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਹੈ। ਪਰ ਮੈਨੂੰ ਲੱਗਦਾ ਨਹੀਂ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਦੇ ਪੱਧਰ ਦੇ ਉੱਪਰ ਹੈਗੀ ਹੈ ਜਾਂ ਪਿਛਲੀਆਂ ਸਰਕਾਰਾਂ ਦੇ ਲੈਵਲ 'ਤੇ ਜਿਹੜਾ ਪੰਜਾਬੀ ਨੂੰ ਕੋਈ ਸਥਾਨ ਦੇਣਾ ਚਾਹੀਦਾ ਸੀ, ਮੇਰਾ ਖਿਆਲ ਉਹ ਕਿਸੇ ਤਰੀਕੇ ਨਾਲ ਉਹ ਬਣ ਨਹੀਂ ਸਕਿਆ। ਇਸ ਕਰਕੇ ਇਹ ਰੁਜ਼ਗਾਰ ਦੇ ਨਾਲੋਂ ਟੁੱਟ ਗਈ ਦਿੱਲੀ ਦੇ ਵਿੱਚ।
ਈਵਨ ਪੰਜਾਬ ਦੇ ਵਿੱਚ ਵੀ ਕਈ ਵਾਰੀ ਇਸ ਕਿਸਮ ਦੀਆਂ ਚਰਚਾ ਆਉਂਦੀ ਹੈ। ਤੇ ਇੱਥੇ ਵੀ ਦਿੱਲੀ ਦੇ ਵਿੱਚ ਵੀ ਮੇਰਾ ਖਿਆਲ ਇਹੋ ਜਿਹੇ ਕੁਝ ਕਦਮ ਚੁੱਕੇ ਜਾਣ ਤਾਂ ਕਿ ਇਹਨੂੰ ਰੁਜ਼ਗਾਰ ਦੇ ਨਾਲ ਜੋੜਿਆ ਜਾ ਸਕੇ। ਤੇ ਮੇਰਾ ਖਿਆਲ ਦਿੱਲੀ ਅਕੈਡਮੀ ਨੂੰ, ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸਹਿਤ ਸਭਾ ਨੂੰ, ਹੋਰ ਜਿਹੜੇ ਪੰਜਾਬੀ ਪ੍ਰੇਮੀ ਹੈ ਜਾਂ ਪੰਜਾਬੀ ਭਾਈਚਾਰਾ, ਉਹਨਾਂ ਨੂੰ ਮੇਰਾ ਖਿਆਲ ਮਿਲ ਕੇ ਇਹੋ ਜਿਹਾ ਕੋਈ ਕਦਮ ਜਿਹੜੇ ਆ ਚੁੱਕਣੇ ਚਾਹੀਦੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਰੁਜ਼ਗਾਰ ਨਾਲ ਜੋੜਿਆ ਜਾ ਸਕੇ। ਬਿਲਕੁਲ ਇਹ ਤਾਂ ਬਹੁਤ ਵਧੀਆ ਇੱਕ ਕਦਮ ਹੋਏਗਾ ਕਿ ਜੇ ਅਸੀਂ ਸਾਰੇ ਰਲ ਕੇ ਇਸ ਤਰ੍ਹਾਂ ਦੀ ਗੱਲ ਕਰੀਏ ਤੇ ਸਾਡੀ ਮਾਂ ਬੋਲੀ ਜਿਹੜੀ ਆ ਉਹ ਹੋਰ ਵਿਕਾਸ ਕਰ ਸਕੇ। ਇੱਥੇ ਰਹਿ ਜੀ ਅਸੀਂ ਟਾਈਮ ਹੋ ਗਿਆ ਸਾਡਾ, ਤੇ ਤੁਹਾਡਾ ਇੱਥੇ ਆਉਣ ਤੇ ਸਾਡੇ ਸਟੂਡੀਓ 'ਚ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਆਸ ਕਰਦੇ ਹਾਂ ਭਵਿੱਖ ਦੇ ਵਿੱਚ ਵੀ ਜੇ ਕਦੇ ਮੌਕਾ ਲੱਗਾ ਫਿਰ ਵੀ ਅਸੀਂ ਦਿੱਲੀ ਦੇ ਵਿੱਚ ਪੰਜਾਬੀ ਦੀ ਕੀ ਸਥਿਤੀ ਆ, ਹੋਰ ਕੋਈ ਮਾਮਲਾ ਹੋਇਆ ਉਹਦੇ 'ਤੇ ਤੁਹਾਡੇ ਨਾਲ ਆਪਣੇ ਤੁਹਾਡੇ ਵਿਚਾਰ ਜਿਹੜੇ ਸੁਣਾਂਗੇ। ਤੇ ਹੁਣ ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦਾ ਤੇ ਗਰਾਇਆ ਜੀ ਤੋਂ ਆਗਿਆ ਲੈਣਾ। ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।